The Earth needs you. This is the second lesson of the class 8th subject of English PSCB board ਜਿਹੜਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਹੁਣ ਨਿਊ ਬੁੱਕ ਇੰਟਰੋਡਿਊਸ ਕੀਤੀ ਆ। ਉਹਦਾ ਲੈਸਨ ਨੰਬਰ ਸੈਕਿੰਡ ਹੈ ਜਿਹਦਾ ਨਾਮ ਹੈ ਦੀ ਅਰਥ ਨੀਡਸ ਯੂ। ਯਾਨੀ ਕਿ ਇੱਕ ਪੋਇਮ ਹੈ ਜਿਹਦੇ ਥਰੂ ਜਿਹੜਾ ਆਥਰ ਹੈ ਇਹ ਦੱਸਣਾ ਚਾਹੁੰਦਾ ਵਾ ਵੀ ਕਿਸ ਤਰੀਕੇ ਨਾਲ ਧਰਤੀ ਨੂੰ ਜਿਹੜੀ ਆ ਉਹ ਸਾਡੀ ਹੁਣ ਲੋੜ ਹੈ, ਤਾਂ ਅਸੀਂ ਉਹਨੂੰ ਕਿਸ ਤਰੀਕੇ ਨਾਲ ਹੈਲਪ ਕਰਨੀ ਹੈ। ਮੈਂ ਸੁਰਿੰਦਰ ਕੁਮਾਰ ਅੱਜ ਇਸ ਜਿਹੜੀ ਸੈਸ਼ਨ ਨੂੰ ਉਹਨੂੰ ਐਕਸਪਲੇਨ ਕਰੂੰਗਾ। ਤੁਸੀਂ ਇਹਨੂੰ ਪੂਰੀ ਵੀਡੀਓ ਐਂਡ ਤੱਕ ਦੇਖਣੀ ਆ। ਇਹਦੇ ਵਿੱਚ ਅਸੀਂ ਕੁਝ ਕੁ ਜਿਹੜੇ ਐਕਟੀਵਿਟੀਜ਼ ਨੇ ਉਹ ਵੀ ਕੰਪਲੀਟ ਕੀਤੀਆਂ ਨੇ। ਦੇਖੋ ਕੀ ਕਹਿ ਰਹੇ ਨੇ ਆਥਰ। The earth needs you to change your ways month by month and day by day। ਜਿਹੜਾ ਆਥਰ ਆ ਉਹ ਕਹਿੰਦਾ ਵੀ ਜਿਹੜੀ ਧਰਤੀ ਆ ਹੁਣ ਉਹਨੂੰ ਸਾਡੀ ਜ਼ਰੂਰਤ ਆ, ਸਾਨੂੰ ਚੇਂਜ ਕਰਨੇ ਚਾਹੀਦੇ ਆਪਣੇ ਰਸਤੇ ਮਹੀਨੇ ਬਾਰ ਮਹੀਨੇ ਜਾਂ ਦਿਨ ਬਾਏ ਦਿਨ, ਕਿਉਂਕਿ ਜਿਹੜੀ ਧਰਤੀ ਆ ਉਹ ਇੱਕ ਤਰੀਕੇ ਨਾਲ ਪੋਲਿਊਟਡ ਹੋ ਰਹੀ ਆ ਕਈ ਤਰੀਕਿਆਂ ਦੇ ਨਾਲ। ਸਾਨੂੰ ਉਸ ਚੀਜ਼ ਨੂੰ ਰੋਕਣ ਦੀ ਲੋੜ ਆ। ਜਿਹੜਾ ਚੇਂਜ ਸਾਨੂੰ ਆਪਣੇ ਆਪ ਦੀ ਡੇਲੀ ਰੂਟੀਨ ਕਰਨੀ ਪਏਗੀ ਤਾਂ ਜੋ ਕੀ ਆ ਅਸੀਂ ਉਸ ਨੂੰ ਬਚਾ ਸਕੀਏ ਅਤੇ ਅਰਥ ਜਿਹੜੀ ਆ ਸਾਨੂੰ ਇੱਕ ਰਹਿਣ ਦਾ ਇੱਕ ਸਾਧਨ ਦਿੰਦੀ ਹੈ। ਜੇਕਰ ਇਹੀ ਨਾ ਰਹੀ ਤਾਂ ਫਿਰ ਅਸੀਂ ਵੀ ਆਪਣੀ ਜਿਹੜੀ ਲਾਈਫ ਆ ਉਹਨੂੰ ਸਰਵਾਈਵ ਨਹੀਂ ਕਰ ਸਕਦੇ। ਦੀਅਰ ਚੇਂਜਸ ਆਰ ਈਜ਼ੀ, ਜਸਟ ਲੁੱਕ ਐਂਡ ਯੂ ਵਿਲ ਸੀ ਦੀਅਰ ਡਿਫਰੈਂਸ ਦੈਟ ਕੈਨ ਮੇਡ ਬਾਈ ਯੂ ਐਂਡ ਬਾਈ ਮੀ। ਕਹਿੰਦੇ ਵੀ ਇਹਦੇ ਉੱਤੇ ਜਿਹੜਾ ਸਾਡੇ ਚੇਂਜਿਸ ਨੇ ਉਹਨੂੰ ਲੈ ਕੇ ਆਉਣਾ ਥੋੜ੍ਹਾ ਜਿਹਾ ਆਸਾਨ ਆ। ਜੇਕਰ ਅਸੀਂ ਆਲੇ ਦੁਆਲੇ ਦੇਖੀਏ ਤਾਂ ਇੱਕ ਚੀਜ਼ ਸਾਨੂੰ ਸਮਝ ਆਉਂਦੀ ਹੈ, ਜਿਹੜੀ ਚੀਜ਼ ਅਸੀਂ ਬਣਾਈ ਆ ਤੁਸੀਂ ਜਾਂ ਮੈਂ, ਉਹ ਸਾਰੀਆਂ ਸਾਡੇ ਹੀ ਕਾਰਨ ਜਿਹੜੀ ਆ ਧਰਤੀ ਉਹਨੂੰ ਬਹੁਤ ਕੁਛ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਫੇਸ ਆਊਟ ਕਰਨੀਆਂ ਪੈਂਦੀਆਂ ਨੇ, ਬਟ ਉਹ ਫਿਰ ਵੀ ਸਾਨੂੰ ਕਦੇ ਵੀ ਸਾਡੇ ਅੱਗੇ ਕਦੇ ਵੀ ਕੋਈ ਵੀ ਚੀਜ਼ ਦਾ ਇਸ਼ੂ ਨਹੀਂ ਕ੍ਰੀਏਟ ਕਰਦੀ। ਉਹ ਸਾਨੂੰ ਈਵਨ ਹਰੇਕ ਚੀਜ਼ ਜਿਹੜੀ ਆ ਉਹ ਆਪਣੇ ਵੇ ਨਾਲ ਪ੍ਰੋਵਾਈਡ ਕਰਦੀ ਹੈ, ਯਾਨੀ ਕਿ ਵਿਦਆਊਟ ਮਨੀ, ਉਹ ਬਿਨਾਂ ਪੈਸੇ ਤੋਂ ਸਾਡੀ ਬਹੁਤ ਜ਼ਿਆਦਾ ਹੈਲਪ ਕਰਦੀ ਆ। ਨੈਕਸਟ ਦੇਖੋ ਕੀ ਆ, ਲਾਸਟ ਆਲਮੋਸਟ ਫੋਰ ਐਵਰ ਇਟ ਮਾਈਟ ਬੀ ਚੀਪ ਬਟ ਇਟ ਇਜ਼ ਨਾਟ ਵੈਰੀ ਕਲੀਨ। ਕਹਿੰਦੇ ਵੀ ਚਾਹੇ ਅਸੀਂ ਕੋਈ ਵੀ ਚੀਜ਼ ਖਰੀਦ ਲੈਂਦੇ ਹਾਂ ਲਾਸਟ ਦੇ ਵਿੱਚ, ਕਹਿੰਦੇ ਇਹ ਚਾਹੇ ਅਸੀਂ ਸਿੰਗਲ ਯੂਜ਼ ਲਈ ਯੂਜ਼ ਕਰਦੇ ਹਾਂ, ਯਾਨੀ ਕਿ ਪਲਾਸਟਿਕ ਜਿਹੜੀ ਆ ਉਹ ਅਸੀਂ ਸਿੰਗਲ ਪਰਪਜ਼ ਲਈ ਯੂਜ਼ ਕਰਦੇ ਹਾਂ। ਕਹਿੰਦੇ ਅਸੀਂ ਸਾਰੇ ਉਹਨੂੰ ਲਾਸਟ ਕਹਿ ਕੇ ਪਰ ਹਮੇਸ਼ਾ ਹੀ ਉਹਨੂੰ ਯੂਜ਼ ਕਰਦੇ ਹਾਂ। ਇਹ ਸਾਡੇ ਲਈ ਬਹੁਤ ਜ਼ਿਆਦਾ ਸਸਤੀ ਪੈਂਦੀ ਆ, ਬਟ ਉਹ ਜ਼ਿਆਦਾ ਸਾਡੇ ਲਈ ਜ਼ਿਆਦਾ ਸਫਾਈ ਜਾਂ ਸਾਡੀ ਇਹ ਕੋਈ ਜ਼ਿਆਦਾ ਚਲਾਕੀ ਜਾਂ ਸਮਝਦਾਰੀ ਵਾਲੀ ਕੋਈ ਗੱਲ ਨਹੀਂ ਹੈ ਵੀ ਅਸੀਂ ਚੀਪਰ ਚੀਜ਼ ਨੂੰ ਲੈਂਦੇ ਹਾਂ ਅਤੇ ਅਸੀਂ ਸੋਚਦੇ ਹਾਂ ਵੀ ਇਹ ਸਾਡੇ ਲਈ ਬਹੁਤ ਜ਼ਿਆਦਾ ਯੂਜ਼ਫੁਲ ਆ। ਬਟ it can be a end up in the ocean, rivers and sea, and the event sometimes scares it and it strangles in the trees। ਕਹਿੰਦੇ ਵੀ ਇਹ ਕੀ ਆ ਵੀ ਕੁਛ ਕੁ ਜਿਹੜੇ ਅਸੀਂ ਸੋਚਦੇ ਹਾਂ ਵੀ ਇਹਦੀਆਂ ਜਿਹੜੀਆਂ ਚੀਜ਼ਾਂ ਨੇ ਇਹਦਾ ਅੰਤ ਜਿਹੜਾ ਹੁੰਦਾ ਵਾ ਉਹ ਸਮੁੰਦਰਾਂ ਦੇ ਵਿੱਚ ਜਾਂ ਨਦੀਆਂ ਦੇ ਵਿੱਚ ਜਾ ਕੇ ਹੋ ਜਾਂਦਾ ਵਾ, ਅਤੇ ਅਸੀਂ ਜਿਹੜੀ ਆ ਹਵਾਵਾਂ ਜਿਹੜੀਆਂ ਨੇ ਅਸੀਂ ਉਹਦੀ ਕੇਅਰਸ ਕਰਦੀਆਂ ਨੇ, ਯਾਨੀ ਕਿ ਉਹਨੂੰ ਉਡਾ ਕੇ ਲੈ ਜਾਂਦੀਆਂ ਨੇ, ਅਤੇ ਕੀ ਨੇ ਇੱਕ ਗੁਲਝੇਦਾਰ ਜਿਹੜੀ ਇੱਕ ਟਰੀਜ਼ ਨੇ ਉਹਨਾਂ ਦੇ ਵਿੱਚ ਫਸ ਜਾਂਦੇ ਆ ਜਾਂ ਟਰੀਜ਼ ਨੂੰ ਵੀ ਇਫੈਕਟ ਕਰਦੇ ਆ। ਤਾਂ ਇਹਦੇ ਨਾਲ ਕੀ ਹੈ ਇਨਵਾਇਰਮੈਂਟ ਜਿਹੜਾ ਵਾ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ ਅਤੇ ਧਰਤੀ ਸਾਡੀ ਜਿਹੜੀ ਆ ਉਹ ਹੁਣ ਸਾਡੇ ਲਈ ਸੇਫ ਨਹੀਂ ਰਹੀ। ਵੈਨ ਦੀ ਪੀਪਲ ਡਰੋਪ ਇਟ ਔਨ ਟੂ ਦੀ ਗਰਾਊਂਡ ਦਿਸ ਇਜ਼ ਨਾਟ ਫੇਅਰ ਇਟ ਸਟੇਜ਼ ਇਟਸ ਟਰੈਵਲ ਅਰਾਊਂਡ। ਕਹਿੰਦੇ ਵੀ ਕੋਈ ਵੀ ਬੰਦਾ ਜਿਹੜਾ ਵਾ ਜਿੱਥੇ ਵੀ ਚੀਜ਼ ਕਰਦੀ ਆ ਪਲਾਸਟਿਕ ਪੋਲੀਥੀਨ ਇਹੋ ਜਿਹੀਆਂ ਚੀਜ਼ਾਂ ਚੱਕ ਕੇ ਸੁੱਟ ਦਿੰਦਾ ਗਰਾਊਂਡ ਦੇ ਉੱਤੇ, ਪਰ ਉਹ ਉੱਥੇ ਨਹੀਂ ਉਹ ਆਪਣੀ ਜਗ੍ਹਾ 'ਤੇ ਨਹੀਂ ਰਹਿੰਦੀ, ਉਹ ਹਵਾ ਨਾਲ ਉੜਦੀ ਰਹਿੰਦੀ ਆ, ਉਹ ਇੱਧਰ ਉੱਧਰ ਘੁੰਮਦੀ ਰਹਿੰਦੀ ਆ ਅਤੇ ਸਾਡੇ ਇਨਵਾਇਰਮੈਂਟ ਨੂੰ ਪੋਲਿਊਟ ਕਰਦੀ ਰਹਿੰਦੀ ਆ। If the people used less, the better place or the world would be। The future of in your hands, cut down and you will see। ਕਹਿੰਦੇ ਵੀ ਅਸੀਂ ਕੀ ਆ ਵੀ ਜਿਹੜੇ ਹਰੇਕ ਬੰਦੇ ਨੇ ਜੇਕਰ ਇਹ ਪਲਾਸਟਿਕ ਦਾ ਯੂਜ਼ ਜਾਂ ਹੋਰ ਚੀਜ਼ਾਂ ਦਾ ਯੂਜ਼ ਜਿਹੜਾ ਵਾ ਉਹ ਘੱਟ ਕਰਨਾ ਸ਼ੁਰੂ ਕਰ ਦੇਣ ਤਾਂ ਸਾਡੀ ਜਿਹੜੀ ਅਰਥ ਆ ਉਹ ਇੱਕ ਬੈਟਰ ਪਲੇਸ ਬਣ ਜੂਗੀ ਸਾਡੇ ਰਹਿਣ ਦੇ ਲਈ। ਸਾਡੇ ਫਿਊਚਰ ਜਿਹੜਾ ਵਾ ਉਹ ਸਾਡੇ ਹੱਥਾਂ ਦੇ ਵਿੱਚ ਹੀ ਆ। ਜੇਕਰ ਅਸੀਂ ਇਹਨੂੰ ਚੀਜ਼ ਨੂੰ ਘਟਾ ਦਈਏ ਤਾਂ ਅਸੀਂ ਇਹ ਚੀਜ਼ ਦੇਖ ਸਕਦੇ ਹਾਂ ਵੀ ਸਾਡੀ ਜਿਹੜੀ ਅਰਥ ਆ ਉਹ ਸੇਵ ਹੋ ਸਕਦੀ ਆ ਅਤੇ ਸਾਡਾ ਜਿਹੜਾ ਫਿਊਚਰ ਆ ਉਹ ਵੀ ਬਣ ਸਕਦਾ ਵਾ। ਤਾਂ ਇਹ ਜਿਹੜੀ ਆ ਜਿਹੜਾ ਰਾਈਟਰ ਆ ਉਹਨੂੰ ਐਕਸਪਲੇਨ ਕਰ ਰਿਹਾ ਵਾ, ਜਾਣੀ ਕਿ ਇਹ ਪੂਰੇ ਜਿਹੜੀ ਪੋਇਮ ਆ ਜੇਕਰ ਮੈਂ ਇਹਨੂੰ ਸਮਰਅਪ ਕਰਾਂ ਦੈਨ ਇਟ ਇਜ਼ ਬੇਸਡ ਅਪੋਨ ਟੂ ਦੀ ਹਾਊ ਟੂ ਵੀ ਪ੍ਰੋਟੈਕਟ ਅਵਰ environment and our earth due to the other pollutant things like that plastics and other things which has been always polluted our environment। So the earth will be suffering with these kinds of the problem which has been made by the people or a person। So we have to be responsible for all the things, so it's have a chance to be a pure it our environment as well as our our earth with the help of
ਗਰੋਇੰਗ ਮੋਰ ਟਰੀਜ਼ ਐਂਡ ਲੈਸ ਯੂਜ਼ ਆਫ ਦੇਅਰ ਪਲਾਸਟਿਕਸ ਦਾ ਇਸ ਤਰੀਕੇ ਨਾਲ ਜਿਹੜਾ ਰਾਈਟਰ ਉਹ ਇਹੀ ਦੱਸਣਾ ਚਾਹੁੰਦਾ ਵੀ ਸਾਨੂੰ ਜਿਹੜੇ ਪਲਾਸਟਿਕ ਦੀਆਂ ਥਿੰਗਸ ਨੇ ਉਹਨੂੰ ਘੱਟ ਯੂਜ਼ ਕਰਨਾ ਚਾਹੀਦਾ ਅਤੇ ਆਪਣੇ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਆਈ ਹੋਪ ਤੁਸੀਂ ਵੀ ਸਾਰੇ ਬੱਚੇ ਇਸ ਪੋਇਮ ਤੋਂ ਇਹੀ ਚੀਜ਼ ਸਿੱਖੋਗੇ ਵੀ ਸਾਨੂੰ ਪਲਾਸਟਿਕ ਅਤੇ ਹੋਰ ਚੀਜ਼ਾਂ ਦਾ ਜਿਹੜਾ ਵਾ ਉਹ ਯੂਜ਼ ਘੱਟ ਕਰਨਾ ਚਾਹੀਦਾ ਅਤੇ ਹੋਰ ਜਿਹੜੀਆਂ ਨੈਚੁਰਲ ਥਿੰਗਸ ਨੇ ਉਹਨਾਂ ਦਾ ਯੂਜ਼ ਜ਼ਿਆਦਾ ਕਰਨਾ ਚਾਹੀਦਾ, ਜਿਹਦੇ ਨਾਲ ਅਸੀਂ ਆਪਣੇ ਇਨਵਾਇਰਮੈਂਟ ਨੂੰ ਕੀ ਆ ਪ੍ਰੋਟੈਕਟ ਕਰ ਸਕਦੇ ਹਾਂ। ਦੇਖੋ ਹੁਣ ਫਸਟ ਐਕਟੀਵਿਟੀ ਹੈ ਜਿਹੜੀ ਉਹ ਵਰਡ ਮੀਨਿੰਗ ਹੈ। ਦੇਖੋ ਉਹਨੂੰ ਮੈਂ ਐਕਸਪਲੇਨ ਕਰਦਾ। ਦੇਖੋ ਫਸਟ ਹੈ ਸਿੰਗਲ ਯੂਜ਼ ਮੀਨਸ ਇੱਕ ਵਾਰ ਵਰਤੋਂ 'ਚ ਆਉਣ ਵਾਲਾ, ਯਾਨੀ ਕਿ ਵਨ ਟਾਈਮ ਯੂਜ਼ ਜਿਹੜਾ ਅਸੀਂ ਪਲਾਸਟਿਕ ਦਾ ਕਰਦੇ ਹਾਂ। ਲਾਸਟ ਇਜ਼ ਟਿਕਾਣਾ, ਵੀ ਉਹਦਾ ਕੋਈ ਟਿਕਾਣਾ ਨਹੀਂ ਹੁੰਦਾ, ਉਹ ਜਿੱਥੇ ਮਰਜ਼ੀ ਘੁੰਮ ਸਕਦਾ ਵਾ। ਫੋਰਐਵਰ ਹਮੇਸ਼ਾ ਦੇ ਲਈ। ਓਸ਼ੀਅਨਸ ਸਾਗਰ ਜਿਹਨੂੰ ਅਸੀਂ ਕਹਿੰਦੇ ਹਾਂ ਨਦੀਆਂ। ਟੈਂਗਲਸ ਉਲਝਾਉਣਾ ਅਤੇ ਟਰੈਵਲ ਯਾਤਰਾ। ਤਾਂ ਇਹ ਪਹਿਲੀ ਐਕਟੀਵਿਟੀ ਸੀ ਜਿਹੜੀ ਕਿ ਮੈਂ ਐਕਸਪਲੇਨ ਕੀਤੀ। ਦੈਨ ਸੈਕਿੰਡ ਐਕਟੀਵਿਟੀ ਇਜ਼ ਬੇਸਡ ਅਪੋਨ ਟੂ ਦੀ ਵਨ ਵਰਡਸ ਫॉर ਮੈਨੀ ਹੈ ਨਾ। ਦਿਸ ਵਾਜ਼ ਕਾਲਡ ਇਨ ਟੂ ਦੀ ਇਨ ਪੰਜਾਬੀ ਦੇਰ ਵਾਜ਼ ਅਨੇਕ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੈਟ ਇਜ਼ ਇਨ ਇੰਗਲਿਸ਼ ਵਿਚ ਹੈਜ਼ ਬੀਨ ਕਾਲਡ ਟੂ ਦੀ one word to their substitutions. So they have a table of their 20 entries. You will be a work on to their pair to read and understand their 10 words each. After that understand these 10 we will be a discuss them with your partner। ਵੀ ਇਹਦੇ ਵਿੱਚ ਕੀ ਆ, ਤੁਹਾਨੂੰ 20 ਵਰਡਸ ਜਿਹੜੇ ਨੇ ਜਾਂ 20 ਡਿਫਰੈਂਟ ਜਿਹੜੇ ਵਰਡਸ ਨੇ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਗਏ ਨੇ ਅਤੇ ਤੁਸੀਂ ਜਿਹੜੇ ਵਰਡਸ ਨੇ ਇਹਨੂੰ ਯੂਜ਼ ਕਰਨਾ ਵਾ ਅਤੇ ਟਰਾਈ ਕਰਨਾ ਵਾ। ਇਹਨਾਂ ਨੂੰ ਦੂਸਰਿਆਂ ਨਾਲ ਡਿਸਕਸ ਕੀਤਾ ਜਾਵੇ ਅਤੇ ਆਪਣੀ ਜਿਹੜੀ ਵਰਡ ਆ ਉਹਨੂੰ ਸੁਧਾਰਿਆ ਜਾਵੇ। ਦੇਖੋ ਹੁਣ ਫਸਟ ਵਰਡ ਹੈ ਗਰੁੱਪ ਦੇ ਵਿੱਚ ਅ ਡਿਜ਼ੀਜ਼ ਦੈਟ ਇਫੈਕਟਿੰਗ ਦੀ ਅ ਲਾਰਜ ਨੰਬਰ ਆਫ ਦੀ ਪੀਪਲ ਇਨ ਅ ਏਰੀਆ ਐਟ ਅ ਸੇਮ ਟਾਈਮ। ਵੀ ਕੋਈ ਅਜਿਹੀ ਬਿਮਾਰੀ ਜਿਹੜੀ ਕਿ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੋਵੇ ਤੁਹਾਡੇ ਏਰੀਆ ਦੇ ਵਿੱਚ ਇੱਕ ਸਿੰਗਲ ਸਮੇਂ ਦੇ ਵਿੱਚ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਉਹਨੂੰ ਅਸੀਂ ਪੈਂਡੇਮਿਕ ਕਹਿੰਦੇ ਹਾਂ, ਜਿਹਨੂੰ ਮਹਾਂਮਾਰੀ ਕਿਹਾ ਜਾਂਦਾ ਵਾ, ਜਿਵੇਂ ਕੋਵਿਡ-19 ਆ, ਇਹ ਉਹਦੀ ਐਗਜ਼ਾਮਪਲ ਆ। ਉਸ ਤੋਂ ਬਾਅਦ ਹੈ ਸੈਕਿੰਡ ਹੈ ਦੀ ਅ ਬਾਡੀ ਆਫ ਪਰਸਨਸ ਅਪੁਆਇੰਟਿੰਗ ਟੂ ਹੇਅਰ ਦੀ ਐਵੀਡੈਂਸ ਐਂਡ ਜੱਜ ਐਂਡ ਗਿਵ ਦੀ ਦੇਅਰ ਡਿਸੀਜ਼ਨ। ਕੋਈ ਅਜਿਹੇ ਪਰਸਨ ਜਿਹੜੇ ਅਪੁਆਇੰਟ ਕੀਤੇ ਜਾਣ ਜਿਹੜੇ ਕਿ ਸਬੂਤ ਨੂੰ ਦੇਖ ਕੇ ਜਾਂ ਹੋਰ ਚੀਜ਼ਾਂ ਨੂੰ ਦੇਖ ਕੇ ਜੱਜ ਕਰਨ ਅਤੇ ਆਪਣਾ ਫੈਸਲਾ ਸੁਣਾਉਣਾ, ਉਹਨੂੰ ਕੀ ਕਿਹਾ ਜਾਂਦਾ, ਜਿਊਰੀ। ਇਹ ਜਿਊਰੀ ਕਦੋਂ ਆਉਂਦੀ ਹੁੰਦੀ ਆ, ਕੋਰਟਸ ਦੇ ਵਿੱਚ ਆਉਂਦੀ ਹੁੰਦੀ ਆ। ਜੇਕਰ ਡਿਸੀਜ਼ਨ ਜਿਹੜਾ ਵਾ ਉਹ ਜਿਹੜਾ ਜੱਜ ਆ ਉਹ ਤੋਂ ਨਹੀਂ ਲਿਆ ਜਾਂਦਾ ਤਾਂ ਉਹ ਨੰਬਰ ਆਫ ਪਰਸਨ ਨੂੰ ਹਾਇਰ ਕਰਦੀ ਆ ਵੀ ਜਿਹੜੇ ਕਿ ਡਿਸੀਜ਼ਨ ਲੈਣ ਦੇ ਵਿੱਚ ਉਹਦੀ ਹੈਲਪ ਕਰਦੇ ਆ। ਥਰਡ ਹੈ ਦੀ ਗੇਮ ਇਨ ਵਿਚ ਨੋ ਵਨ ਵਿਨਸ। ਕੋਈ ਅਜਿਹੀ ਗੇਮ ਜਿਹਦੇ ਵਿੱਚ ਕੋਈ ਵੀ ਬੰਦਾ ਨਾ ਜਿੱਤਦਾ ਹਾਰਦਾ, ਉਹਨੂੰ ਕੀ ਕਿਹਾ ਜਾਂਦਾ, ਡਰॉ ਕਿਹਾ ਜਾਂਦਾ ਵਾ। ਨੈਕਸਟ ਹੈ ਸਾਡੇ ਕੋਲ ਦੀ ਲਿਸਟ ਆਫ ਦੀ ਬੁੱਕਸ ਅਵੇਲੇਬਲ ਇਨ ਦੀ ਲਾਇਬ੍ਰੇਰੀ। ਜਿਹੜੀ ਲਾਇਬ੍ਰੇਰੀ ਦੇ ਵਿੱਚ ਬੁੱਕਸ ਦੀ ਲਿਸਟ ਅਵੇਲੇਬਲ ਹੁੰਦੀ ਉਹਨੂੰ ਕੀ ਕਿਹਾ ਜਾਂਦਾ, ਕੈਟਾਲੌਗ ਕਿਹਾ ਜਾਂਦਾ ਵਾ। ਫਿਫਥ ਹੈ ਦੀ ਮੈਨ ਹੂ ਡਜ਼ ਨਾਟ ਟੂ ਦੀ ਨੋ ਹਾਊ ਟੂ ਰੀਡ ਔਰ ਰਾਈਟ। ਕਿ ਜਿਹੜਾ ਬੰਦਾ ਅਜਿਹਾ ਹੋਵੇ ਜਿਹਨੂੰ ਇਹ ਨਹੀਂ ਪਤਾ ਵੀ ਕਿਸ ਤਰੀਕੇ ਨਾਲ ਪੜ੍ਹਨਾ ਅਤੇ ਲਿਖਣਾ, ਉਹਨੂੰ ਕੀ ਕਿਹਾ ਜਾਂਦਾ, ਇਲੀਟਰੇਟ, ਵੀ ਜਿਹੜਾ ਅਨਪੜ੍ਹ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਹੈ ਦੀ ਆਥਰ ਹੈਂਡ ਰਿਟਨ ਐਂਡ ਟਾਈਪ ਟੈਕਸਟ ਦੈਟ ਹੈਜ਼ ਨਾਟ ਬੀਨ ਪਬਲਿਸ਼ਡ। ਕੋਈ ਅਜਿਹੀ ਚੀਜ਼ ਜਿਹੜੀ ਕਿ ਇੱਕ ਆਥਰ ਦੁਆਰਾ ਹੱਥੀਂ ਲਿਖੀ ਹੋਵੇ ਜਾਂ ਉਹਨੂੰ ਟਾਈਪ ਕੀਤਾ ਹੋਵੇ ਪਰ ਉਹ ਹਲੇ ਤੱਕ ਪਬਲਿਸ਼ ਨਹੀਂ ਹੋਵੇ ਜਾਂ ਬੁੱਕ ਦੇ ਵਿੱਚ ਕਨਵਰਟ ਨਾ ਹੋਵੇ, ਉਹਨੂੰ ਕੀ ਕਿਹਾ ਜਾਂਦਾ, ਮੈਨੂਸਕ੍ਰਿਪਟਸ ਕਿਹਾ ਜਾਂਦਾ ਵਾ। ਸੈਵਨਥ ਹੈ ਸਮਥਿੰਗ ਰਿਟਨ ਬਾਏ ਐਨ ਅਨਨੋਨ ਪਰਸਨ। ਵੀ ਕੋਈ ਅਜਿਹੀ ਚੀਜ਼ ਜਿਹੜਾ ਕਿ ਇੱਕ ਅਨਨੋਨ ਜਾਣੀ ਕਿ ਕਿਸੇ ਬੰਦੇ ਨੂੰ ਜਿਹਨੂੰ ਅਸੀਂ ਨਹੀਂ ਜਾਣਦੇ ਉਹਦੇ ਦੁਆਰਾ ਲਿਖੀ ਜਾਵੇ ਤਾਂ ਉਹਨੂੰ ਕੀ ਕਿਹਾ ਜਾਂਦਾ ਵਾ, ਉਹਨੂੰ ਕਿਹਾ ਜਾਂਦਾ ਵਾ ਐਨੋਮੀਨਸ। ਐਨੋਮੀਨਸ ਦਾ ਮਤਲਬ ਵੀ ਅਣਜਾਣ ਵਿਅਕਤੀ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ, ਜਾਣੀ ਕਿ ਇਹ ਪੋਇਮ ਵੀ ਜਿਹੜੀ ਉਹ ਐਨੋਮੀਨਸ ਦੁਆਰਾ ਲਿਖੀ ਗਈ ਹੈ, ਜਾਣੀ ਕਿ ਉਹ ਬੰਦੇ ਦਾ ਪਤਾ ਨਹੀਂ ਵੀ ਕਿਹਨੇ ਇਹ ਲਿਖੀ ਆ। ਉਸ ਤੋਂ ਬਾਅਦ ਹੈ ਅ ਪਰਸਨ ਹੂ ਕੈਨ ਸਪੀਕ ਮੈਨੀ ਲੈਂਗੁਏਜ। ਵੀ ਇੱਕ ਅਜਿਹਾ ਬੰਦਾ ਜਿਹੜਾ ਕਿ ਬਹੁਤ ਸਾਰੀਆਂ ਲੈਂਗੁਏਜ ਬੋਲ ਸਕਦਾ, ਉਹਨੂੰ ਕੀ ਕਿਹਾ ਜਾਂਦਾ, ਪੋਲੀਗਲੋਟਸ, ਵੀ ਬਹੁਤ ਸਾਰੀਆਂ ਲੈਂਗੁਏਜ ਬੋਲਣ ਵਾਲਾ। ਨਾਈਨਥ ਹੈ ਅ ਪਰਸਨਸ ਹੂ ਡਜ਼ ਨਾਟ ਟੂ ਬੀ ਅ ਟੇਕ ਆਫ ਦੀ ਅਲਕੋਹਲ ਡਰਿੰਕ। ਕੋਈ ਅਜਿਹਾ ਬੰਦਾ ਜਿਹੜਾ ਕੀ ਆ ਸ਼ਰਾਬ ਨਾ ਪੀਂਦਾ ਹੋਵੇ ਜਾਂ ਉਹਨੂੰ ਯੂਜ਼ ਹੀ ਨਾ ਕਰਦਾ ਹੋਵੇ ਤਾਂ ਉਹਨੂੰ ਕੀ ਕਿਹਾ ਜਾਂਦਾ, ਟੀਟੋਟਲਰ, ਵੀ ਉਹ ਬੰਦਾ ਜਿਹੜਾ ਕਿ ਸ਼ਰਾਬ ਨਹੀਂ ਪੀਂਦਾ। ਉਸ ਤੋਂ ਬਾਅਦ ਹੈ ਅ ਪਰਸਨਸ ਇੰਟਰਸਟਡ ਇਨ ਦੀ ਰੀਡਿੰਗ ਬੁੱਕਸ ਐਂਡ ਡੂਇੰਗ ਨਥਿੰਗ ਐਲਸ। ਵੀ ਕੁਛ ਅਜਿਹਾ ਬੱਚਾ ਜਾਂ ਕੋਈ ਅਜਿਹਾ ਬੰਦਾ ਜਿਹੜਾ ਸਿਰਫ ਬੁੱਕਸ ਹੀ ਪੜ੍ਹੇ ਅਤੇ ਉਸ ਤੋਂ ਇਲਾਵਾ ਕੁਛ ਨਾ ਕਰੇ, ਉਹਨੂੰ ਕੀ ਕਿਹਾ ਜਾਂਦਾ, ਬੁੱਕ ਵੌਰਮ, ਕਿਤਾਬੀ ਕੀੜਾ। ਉਸ ਤੋਂ ਬਾਅਦ ਹੈ ਪਰਸਨਸ ਹੂ ਟਰੈਵਲਸ ਟੂ ਦੀ ਸਕੇਅਰਡ ਪਲੇਸ ਐਜ਼ ਐਨ ਐਕਟ ਆਫ ਟੂ ਦੀ ਰਿਲੀਜੀਅਸ ਡਿਵੋਸ਼ਨ। ਕੁਛ ਅਜਿਹਾ ਕੋਈ ਅਜਿਹਾ ਬੰਦਾ ਜਿਹੜਾ ਕੀ ਆ ਕੋਈ ਇੱਕ ਪਵਿੱਤਰ ਜਗ੍ਹਾ ਦੇ ਉੱਤੇ ਜਾਵੇ ਤਾਂ ਜੋ ਕੀ ਆ ਉਹ ਧਾਰਮਿਕ ਜਿਹੜੀ ਆਪਣੇ ਅੰਦਰ ਧਾਰਮਿਕ ਦੀ ਭਾਵਨਾ ਵਾ ਉਹਨੂੰ ਪ੍ਰਗਟ ਕਰਦਾ ਹੋਏ, ਉਹਨੂੰ ਕੀ ਕਿਹਾ ਜਾਂਦਾ, ਪਲੈਵੇਗੇਜ, ਜਾਣੀ ਕਿ ਤੀਰਥ ਯਾਤਰਾ। ਉਸ ਤੋਂ ਬਾਅਦ ਹੈ ਅ ਵੂਮੈਨ ਹੂਜ਼ ਹਸਬੈਂਡ ਇਜ਼ ਡਾਈ। ਉਹ ਔਰਤ ਜਿਹਦਾ ਪਤੀ ਮਰ ਚੁੱਕਿਆ, ਉਹਨੂੰ ਕੀ ਕਿਹਾ ਜਾਂਦਾ, ਵਿੰਡੋ, ਵਿਧਵਾ। ਉਸ ਤੋਂ ਬਾਅਦ ਹੈ ਅ ਲਿਟਲ ਲਾਈਕਲੀ ਟੂ ਬੀ ਅ ਬ੍ਰੋਕਨ ਈਜ਼ਲੀ। ਕੁਛ ਅਜਿਹੀ ਚੀਜ਼ ਜਿਹੜੀ ਕਿ ਈਜ਼ਲੀ ਟੁੱਟ ਸਕੇ, ਉਹਨੂੰ ਕੀ ਕਿਹਾ ਜਾਂਦਾ ਵਾ, ਬ੍ਰਿਟਲ, ਜਿਹੜਾ ਊਈਂ ਟੁੱਟ ਜਾਵੇ ਉਹਨੂੰ ਕਿਹਾ ਜਾਂਦਾ ਵਾ। ਵਨ ਹੂ ਪ੍ਰੈਕਟਿਸ ਵਨ ਆਫ ਦੀ ਫਾਈਨ ਆਰਟਸ। ਕੋਈ ਅਜਿਹਾ ਬੰਦਾ ਵੀ ਜਿਹੜਾ ਕੀ ਆ ਫਾਈਨ ਆਰਟ ਦੇ ਵਿੱਚ ਵਰਕ ਕਰੇ, ਉਹਨੂੰ ਕੀ ਕਿਹਾ ਜਾਂਦਾ, ਆਰਟਿਸਟ। ਉਸ ਤੋਂ ਬਾਅਦ ਆ ਪਰਸਨਸ ਹੂ ਇਜ਼ ਈਟ ਟੂ ਮੱਚ। ਉਹ ਬੰਦਾ ਜਿਹੜਾ ਕਿ ਬਹੁਤ ਜ਼ਿਆਦਾ ਖਾਣਾ ਖਾਂਦਾ ਹੋਵੇ, ਉਹਨੂੰ ਕੀ ਕਿਹਾ ਜਾਂਦਾ ਵਾ, ਗਲੂਟਨ, ਪੇਟੂ, ਜਿਹਨੂੰ ਅਸੀਂ ਕਹਿੰਦੇ ਵੀ ਬਹੁਤ ਜ਼ਿਆਦਾ ਖਾਣਾ ਖਾਂਦਾ ਵਾ।
ਉਸ ਤੋਂ ਬਾਅਦ ਹੈ ਦੀ ਅ ਪਲੇਸ ਵੇਅਰ ਇਜ਼ ਦੀ ਅ ਕਲੋਥਸ ਆਰ ਕੈਪਟ, ਵੀ ਕੋਈ ਅਜਿਹੀ ਪਲੇਸ ਜਿੱਥੇ ਕੀ ਨੇ ਸਾਰੇ ਕਲੋਥਸ ਰੱਖੇ ਜਾਂਦੇ ਉਹਨੂੰ ਕੀ ਕਹਿੰਦਾ ਵਾਰਡਰੋਬ, ਯਾਨੀ ਕਿ ਅਲਮਾਰੀ ਜਾਂ ਕੁਛ ਹੋਰ। ਉਸ ਤੋਂ ਬਾਅਦ ਹੈ ਵਨ ਹੂ ਲਵਸ ਔਰ ਸਪੋਰਟ ਵਨ ਕੰਟਰੀਜ਼ ਐਂਡ ਵਿਲਿੰਗ ਟੂ ਡਿਫੈਂਡ ਇਟ, ਕੋਈ ਅਜਿਹਾ ਪਰਸਨ ਜਿਹੜਾ ਕੀ ਆ ਇੱਕ ਕੰਟਰੀ ਨੂੰ ਸਪੋਰਟ ਕਰਦਾ ਹੋਵੇ ਅਤੇ ਉਹਨੂੰ ਡਿਫੈਂਡ ਕਰਦਾ ਹੋਵੇ, ਯਾਨੀ ਕਿ ਉਹਨੂੰ ਉਹਦੀ ਸੁਰੱਖਿਆ ਲਈ ਕਰਦਾ ਹੋਵੇ, ਉਹਨੂੰ ਕੀ ਕਹਿੰਦਾ ਪੈਟਰੋਇਟਸ। ਅਤੇ ਉਸ ਤੋਂ ਬਾਅਦ ਹੈ ਵਨ ਹੂ ਇਜ਼ ਅਨੇਬਲ ਟੂ ਪੇ ਦੀਆਂ ਵਨ ਡੈਟਸ, ਕੋਈ ਅਜਿਹਾ ਬੰਦਾ ਜਿਹੜਾ ਕਿ ਇੱਕ ਬੰਦੇ ਦੇ ਪੈਸੇ ਨਾ ਦੇ ਪਾਉਂਦਾ ਹੋਵੇ, ਉਹਨੂੰ ਕੀ ਕਹਿੰਦਾ ਵਾ ਬੈਂਕਰਪਟ। ਬੈਂਕਰਪਟ ਦਾ ਮਤਲਬ ਵੀ ਜਿਹੜਾ ਡਿਫਾਲਟਰ ਹੋ ਜਾਂਦਾ, ਜਿਹੜਾ ਪੈਸੇ ਨਹੀਂ ਦੇ ਸਕਦਾ। ਉਸ ਤੋਂ ਬਾਅਦ ਹੈ ਜੇ ਸਮਵਨ ਕੈਨ ਬੀ ਹੇਅਰਡ, ਕੋਈ ਅਜਿਹਾ ਬੰਦਾ ਜਿਹੜਾ ਕਿ ਸਭ ਕੁਝ ਸੁਣ ਸਕਦਾ ਹੋਵੇ, ਉਹਨੂੰ ਕੀ ਕਹਿੰਦਾ ਆਡੀਬਲ। ਦੀ ਆਰਟ ਆਫ ਬਿਊਟੀਫੁਲ ਹੈਂਡ ਰਾਈਟਿੰਗ, ਕੁਛ ਬਹੁਤ ਸੋਹਣੀ ਹੈਂਡ ਰਾਈਟਿੰਗ ਨੂੰ ਕੀ ਕਿਹਾ ਜਾਂਦਾ ਵਾ ਕੈਲੀਗ੍ਰਾਫੀ। ਇਹ ਸੀਗੇ ਤੁਹਾਡੇ 20 ਵਰਡਸ। ਉਸ ਤੋਂ ਇਲਾਵਾ ਥਰਡ ਐਕਟੀਵਿਟੀ ਹੈ ਚੂਜ਼ ਦੀ 10 ਵਰਡਸ ਆਫ ਦੀ ਟੇਬਲ ਆਫ ਵਰਬ ਰਿਟਨ ਇਨਟੂ ਦੀ ਮੀਨਿੰਗਫੁਲ ਸੈਂਟੈਂਸ ਯੂਅਰ ਨੋਟਬੁੱਕ, ਯਾਨੀ ਕਿ ਹੁਣ ਤੁਸੀਂ ਇਹ ਟਰਾਈ ਕਰਨਾ। ਥਰਡ ਐਕਟੀਵਿਟੀ ਦਾ ਆਨਸਰ ਜਿਹੜਾ ਉਹ ਨੈਕਸਟ ਪਾਰਟ ਦੀ ਵੀਡੀਓ ਦੇ ਵਿੱਚ ਅਪਲੋਡ ਕਰੂੰਗਾ। ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਅਜਿਹੀ ਚੀਜ਼ ਯੂਜ਼ ਕਰਕੇ ਜਾਂ 10 ਅਜਿਹੇ ਵਰਡ ਯੂਜ਼ ਕਰਕੇ ਉਹਦਾ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਜਿਵੇਂ ਵਿੰਡੋ ਨੂੰ ਯੂਜ਼ ਕਰਕੇ ਵਿੰਡੋ ਦਾ ਵਰਡ ਬਣਾਉਣਾ, ਆਰਟਿਸਟ ਯੂਜ਼ ਕਰਕੇ ਆਰਟਿਸਟ ਦਾ ਇੱਕ ਸੈਂਟੈਂਸ ਬਣਾਉਣਾ ਜਿਹਦੇ ਵਿੱਚ ਆਰਟਿਸਟ ਵਰਡ ਆਉਂਦਾ ਹੋਵੇ ਅਤੇ ਉਹ ਮੀਨਿੰਗਫੁਲ ਬਣਦਾ ਹੋਵੇ। ਤਾਂ ਇਹ ਤੁਸੀਂ ਆਪ ਕਰਨਾ ਵਾ, ਇਹਦੀ ਜਿਹੜੀ ਨੈਕਸਟ ਪਾਰਟ ਦੀ ਵੀਡੀਓ ਦੇ ਵਿੱਚ ਅਪਲੋਡ ਕਰ ਦੂੰਗਾ। ਉਸ ਤੋਂ ਬਾਅਦ ਹੈ ਕੁਐਸਚਨ ਆਨਸਰ ਜਿਹੜੇ ਕਿ ਕਾਪੀਜ਼ ਦੇ ਉੱਤੇ ਕਰਨੇ ਆ। ਫਸਟ ਹੈ ਹੂ ਇਜ਼ ਯੂ ਇਨ ਦੀ ਫਸਟ ਲਾਈਨ, ਵੀ ਇਸ ਸ਼ਬਦ ਦੇ ਵਿੱਚ ਜਿਹੜਾ ਯੂ ਆ ਵਰਡ ਉਹ ਕਿਸ ਲਈ ਯੂਜ਼ ਕੀਤਾ ਗਿਆ। ਆਨਸਰ ਯੂ ਇਜ਼ ਐਵਰੀ ਹਿਊਮਨ ਬੀਇੰਗਸ ਔਨ ਦੀ ਅਰਥ, ਵੀ ਯੂ ਜਿਹੜਾ ਵਰਡ ਆ ਉਹ ਯੂਜ਼ ਕੀਤਾ ਗਿਆ ਹਰੇਕ ਹਿਊਮਨ ਬੀਇੰਗਸ ਦੇ ਲਈ, ਵੀ ਜਿਹੜਾ ਕਿ ਧਰਤੀ ਦੇ ਉੱਤੇ ਰਹਿੰਦਾ ਵਾ। ਸੈਕਿੰਡ ਕੁਐਸਚਨ ਹੈ ਵਟ ਡਜ਼ ਦੀ ਅਰਥ ਵਾਂਟ ਫॉर ਦੀ ਹਿਊਮਨ ਬੀਇੰਗਸ, ਵੀ ਜਿਹੜੀ ਧਰਤੀ ਆ ਉਹ ਬੰਦਿਆਂ ਲਈ ਕੀ ਚਾਹੁੰਦੀ ਆ। ਦੀ ਅਰਥ ਵਾਂਟਸ ਦੀ ਹਿਊਮਨ ਬੀਇੰਗਸ ਟੂ ਚੇਂਜ ਦੇਅਰ ਵੇਜ਼ ਆਫ ਲਿਵਿੰਗ ਐਂਡ ਸੇਵ ਦੀ ਅਰਥ, ਵੀ ਉਹ ਚਾਹੁੰਦੀ ਆ ਵੀ ਜਿਹੜੇ ਬੰਦੇ ਨੇ ਉਹ ਆਪਣੇ ਰਹਿਣ ਦਾ ਢੰਗ ਜਿਹੜਾ ਵਾ ਉਹਨੂੰ ਬਦਲਣ ਅਤੇ ਧਰਤੀ ਨੂੰ ਬਚਾਉਣ ਦੇ ਵਿੱਚ ਹੈਲਪ ਕਰਨ। ਥਰਡ ਕੁਐਸਚਨ ਹੈ ਵਟ ਡਿਫਰੈਂਸ ਕੈਨ ਯੂ ਐਂਡ ਆਈ ਮੇਕ ਟੂ ਸੇਵ ਦੀ ਅਰਥ, ਕਹਿੰਦੇ ਕੀ ਡਿਫਰੈਂਸ ਆ ਯੂ ਮੇਰੇ ਅਤੇ ਉਸ ਦੇ ਮੈਂ ਦੇ ਵਿੱਚ ਜਿਹੜਾ ਕਿ ਧਰਤੀ ਨੂੰ ਬਚਾਉਣ ਦੇ ਲਈ ਕਰ ਰਿਹਾ ਵਾ। ਆਨਸਰ ਇਜ਼ 1 ਐਂਡ 1 ਮੇਕਸ 11, ਇੱਕ ਤੋਂ ਇੱਕ ਕੀ ਹੁੰਦੇ ਆ 11 ਹੁੰਦੇ ਆ। ਸੋ 1 ਸ਼ੁੱਡ ਬੀ ਅ ਟੇਕ ਐਨ ਐਕਸ਼ਨ ਟੂ ਸੇਵ ਅਰਥ, ਐਵਰੀ ਵਨਸ ਟੂ ਬੀ ਅ ਕੰਟਰੀਬਿਊਟ ਡੂਇੰਗ ਟੂ ਈਵਨ ਸਮਾਲ ਐਫਰਟਸ, ਕਹਿੰਦੇ ਵੀ ਜੇਕਰ ਇੱਕ ਬੰਦਾ ਕੋਈ ਵੀ ਐਕਸ਼ਨ ਕਰਦਾ ਵਾ ਧਰਤੀ ਨੂੰ ਸੇਵ ਕਰਨ ਦੇ ਲਈ ਤਾਂ ਉਹਦੀ ਕੰਟਰੀਬਿਊਟ ਕਰਨ ਦੇ ਲਈ ਹੋਰ ਵੀ ਜਿਹੜੇ ਬੰਦੇ ਨੇ ਸਮਾਲ ਐਫਰਟਸ ਲਾਉਂਦੇ ਆ ਅਤੇ ਉਹਨੂੰ ਬਚਾ ਸਕਦੇ ਆ। ਫੋਰਥ ਕੁਐਸਚਨ ਹੈ ਵਟ ਆਰ ਦੀ ਸਮ ਸਿੰਗਲ ਯੂਜ਼ ਪਲਾਸਟਿਕ ਥਿੰਗਸ ਦੈਟ ਵੀ ਬਾਏ ਐਂਡ ਯੂਜ਼, ਕਹਿੰਦੇ ਕੁਛ ਅਜਿਹੀ ਤੁਸੀਂ ਸਿੰਗਲ ਯੂਜ਼ ਵਾਲੇ ਪਲਾਸਟਿਕ ਦੱਸਣੇ ਆ ਜਿਹੜੇ ਤੁਸੀਂ ਖਰੀਦਦੇ ਹੋ ਅਤੇ ਉਹਨੂੰ ਯੂਜ਼ ਕਰਕੇ ਸੁੱਟ ਦਿੰਦੇ ਹੋ। ਆਨਸਰ ਹੈ ਦੀ ਵਾਟਰ ਬੋਟਲਸ, ਪੋਲੀਥੀਨਸ ਬੈਗਸ, ਸਟੀਵਸ, ਫੂਡ ਵੈਪਰਸ ਐਂਡ ਪਲਾਸਟਿਕ ਕਲਟਰਲਸ ਆਰ ਦੀ ਸਮ ਸਿੰਗਲ ਯੂਜ਼ ਪਲਾਸਟਿਕ, ਵੀ ਜਿਹੜਾ ਅਸੀਂ ਸਿੰਗਲ ਯੂਜ਼ ਪਲਾਸਟਿਕ ਜਿਹੜੀ ਆ ਸਾਡੇ ਜਿਵੇਂ ਪਾਣੀ ਦੀ ਬੋਤਲ ਹੋ ਗਈ, ਅਸੀਂ ਬੈਗ ਪੋਲੀਥੀਨ ਲੈ ਕੇ ਆਉਂਦੇ ਹਾਂ, ਖਾਣ ਵਾਲੀ ਚੀਜ਼ ਨੂੰ ਰੈਪ ਕੀਤਾ ਹੁੰਦਾ, ਉਹ ਵਾਲੀਆਂ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਕੀ ਨੇ ਪਲਾਸਟਿਕ ਥਿੰਗਸ ਨੇ ਜਿਹੜੀਆਂ ਕਿ ਇੱਕ ਵਾਰ ਹੀ ਯੂਜ਼ ਕੀਤੀਆਂ ਜਾਂਦੀਆਂ ਨੇ। ਫਿਫਥ ਕੁਐਸਚਨ ਹੈ ਵਟ ਇਟਸ ਨਾਟ ਵੈਰੀ ਕਲੈਵਰ ਅਕੋਰਡਿੰਗ ਟੂ ਦੀ ਪੋਇਟ ਇਜ਼ ਨਾਟ ਵੈਰੀ ਕਲੈਵਰ, ਕਹਿੰਦੇ ਵੀ ਇਹਦਾ ਮਤਲਬ ਕੀ ਆ ਵੀ ਉਹ ਸਾਰੇ ਬੰਦੇ ਜਿਹੜੇ ਨੇ ਉਹ ਚਲਾਕ ਨਹੀਂ ਹੈਗੇ ਜਾਂ ਸਮਝਦਾਰ ਨਹੀਂ ਹੈਗੇ, ਇਹਦਾ ਮਤਲਬ ਕੀ ਆ ਪੋਇਟ ਦਾ ਨਾਟ ਕਲੈਵਰ ਦਾ। ਆਨਸਰ ਹੈ ਅਕੋਰਡਿੰਗ ਟੂ ਪੋਇਟ ਦੀ ਸਿੰਗਲ ਯੂਜ਼ ਪਲਾਸਟਿਕ ਇਜ਼ ਨਾਟ ਅ ਕਲੈਵਰ, ਵੀ ਜਿਹੜੀ ਇੱਕ ਵਾਰ ਅਸੀਂ ਸਿੰਗਲ ਯੂਜ਼ ਵਾਲੀ ਜਿਹੜੀ ਪਲਾਸਟਿਕ ਆ ਉਹਨੂੰ ਯੂਜ਼ ਕਰ ਲੈਂਦੇ ਹਾਂ, ਇਹਦੇ ਨਾਲ ਸਾਡੀ ਕੋਈ ਚਲਾਕੀ ਜਾਂ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ। ਸਿਕਸਥ ਕੁਐਸਚਨ ਆ ਵਟ ਹੈਪਨਸ ਟੂ ਦੀ ਸਿੰਗਲ ਯੂਜ਼ ਪਲਾਸਟਿਕ ਆਫਟਰ ਇਟਸ ਥਰੋਨ ਵੇਅਰ ਡਜ਼ ਇਟ ਐਂਡ ਅਪ, ਕਹਿੰਦੇ ਵੀ ਸਿੰਗਲ ਯੂਜ਼ ਜਿਹੜੀ ਪਲਾਸਟਿਕ ਹੁੰਦੀ ਹੈ ਜਦੋਂ ਅਸੀਂ ਇਹਨੂੰ ਯੂਜ਼ ਕਰ ਦਿੰਦੇ ਹਾਂ ਥਰੋ ਕਰ ਦਿੰਦੇ ਹਾਂ, ਕਹਿੰਦੇ ਇਹਦੇ ਨਾਲ ਕੀ ਹੁੰਦਾ ਅਖੀਰ ਦੇ ਵਿੱਚ। ਆਨਸਰ ਹੈ ਇਟ ਟਰੈਵਲਸ ਅਰਾਊਂਡ ਇਟ ਐਂਡਸ ਅਪ ਇਨ ਦੀ ਓਸ਼ਨਸ ਰਿਵਰ ਸੀ ਐਂਡ ਟਰੀ, ਕਹਿੰਦੇ ਵੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਕੀ ਨੇ ਯਾਤਰਾ ਕਰਦੀਆਂ ਜਿਵੇਂ ਘੁੰਮਦੀਆਂ ਨੇ ਹਵਾ ਦੇ ਨਾਲ ਅਤੇ ਅਖੀਰ ਦੇ ਵਿੱਚ ਸਮੁੰਦਰ ਨਦੀਆਂ ਜਾਂ ਟਰੀ ਦੇ ਵਿੱਚ ਜਾ ਕੇ ਮਿਲ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਸੈਵਨਥ ਵਟ ਹਾਰਮ ਡਜ਼ ਇਟ ਡੂ ਟੂ ਦੀ ਓਸ਼ਨਸ ਰਿਵਰਸ ਐਂਡ ਟਰੀ, ਕਹਿੰਦੇ ਕਿਸ ਤਰੀਕੇ ਦੀ ਜਿਹੜਾ ਨੁਕਸਾਨ ਆ ਉਹ ਸਮੁੰਦਰ ਸਾਗਰ ਅਤੇ ਦਰਖਤਾਂ ਨੂੰ ਹੋ ਰਿਹਾ ਵਾ। ਇਟ ਪੋਲਿਊਟਸ ਦੀ ਓਸ਼ਨ ਐਂਡ ਰਿਵਰਸ, ਇਟ ਟ੍ਰੈਗਲਸ ਦੀ ਟਰੀਜ਼ ਐਂਡ ਹਾਰਮਸ ਦੀ ਐਨਵਾਇਰਮੈਂਟ, ਕਹਿੰਦੇ ਇਹ ਕੀ ਨੇ ਵੀ ਜਿਹੜੀਆਂ ਨਦੀਆਂ ਨੇ ਅਤੇ ਸਮੁੰਦਰ ਨੇ ਉਹਨਾਂ ਨੂੰ ਕੀ ਕਰ ਰਹੇ ਨੇ ਪ੍ਰਦੂਸ਼ਿਤ ਕਰ ਰਹੇ ਨੇ ਅਤੇ ਜਿਹੜੇ ਦਰਖਤ ਨੇ ਉਹਨਾਂ ਨੂੰ ਵੀ ਇਫੈਕਟ ਕਰਦੇ ਆ ਅਤੇ ਇਹਦੇ ਨਾਲ ਇਨਵਾਇਰਮੈਂਟ ਜਿਹੜਾ ਵਾ ਉਹ ਖਰਾਬ ਹੁੰਦਾ ਜਾ ਰਿਹਾ। ਏਟਥ ਕੁਐਸਚਨ ਹੈ ਡਜ਼ ਇਟ ਸਟੇ ਵੇਅਰ ਯੂ ਥਰੋਨ ਇਟ ਬਾਏ, ਕੀ ਉਹ ਹੀ ਚੀਜ਼ ਉੱਥੇ ਹੀ ਰਹਿੰਦੀ ਹੈ ਜਿੱਥੇ ਤੁਸੀਂ ਸੁੱਟਦੇ ਹੋ, ਕਿਉਂ। ਆਨਸਰ ਨੋ ਇਟ ਡਜ਼ ਨਾਟ ਟੂ ਬੀ ਅ ਸਟੇ ਵੇਅਰ we throw it because it is garbage, it is collected by the garbage collector and thrown
further into the river, sea, ocean, I can also travel with the winds। ਕਹਿੰਦੇ ਵੀ ਨਹੀਂ, ਜਿਹੜੀ ਚੀਜ਼ ਅਸੀਂ ਜਿੱਥੇ ਸਿੱਟਦੇ ਹਾਂ ਉਹ ਉੱਥੇ ਨਹੀਂ ਰਹਿੰਦੀ। ਇਹਨੂੰ ਕੀ ਆ, ਇੱਕ ਤਰ੍ਹਾਂ ਦਾ ਕੂੜਾ ਕਰਕਟ ਹੁੰਦਾ, ਜਿਹਨੂੰ ਕਿ ਕੂੜਾ ਚੱਕਣ ਵਾਲੇ ਜਿਹੜੇ ਲੋਕ ਨੇ ਉਹਨੂੰ ਚੱਕਦੇ ਆ ਅਤੇ ਉਹਨੂੰ ਚੱਕ ਕੇ ਨਦੀਆਂ ਸਮੁੰਦਰਾਂ ਦੇ ਵਿੱਚ ਸਿੱਟ ਦਿੰਦੇ ਆ, ਜਾਂ ਫਿਰ ਇਹ ਹਵਾ ਦੇ ਨਾਲ ਉੱਡ ਕੇ ਕਿਤੇ ਹੋਰ ਚਲੇ ਜਾਂਦੇ ਆ। ਲਾਸਟ ਕੁਐਸਚਨ ਹੈ, ਵਟ ਡਜ਼ ਦੀ ਪੋਇਟ ਵਾਂਟ ਯੂ ਟੂ ਕੱਟ ਡਾਊਨ। ਕਹਿੰਦੇ ਵੀ ਜਿਹੜਾ ਆਥਰ ਆ ਉਹ ਕੀ ਚਾਹੁੰਦਾ ਵੀ ਕਿਹੜੀ ਚੀਜ਼ ਸਾਨੂੰ ਕੱਟ ਡਾਊਨ ਕਰਨੀ ਚਾਹੀਦੀ ਹੈ ਜਾਂ ਕਿਹੜੀ ਚੀਜ਼ ਨਹੀਂ ਕਰਨੀ ਚਾਹੀਦੀ। The poets want us to cut down the use of the single use plastic। ਵੀ ਸਾਡਾ ਆਥਰ ਜਿਹੜਾ ਵਾ ਉਹ ਇਹ ਚੀਜ਼ ਚਾਹੁੰਦਾ ਵਾ ਵੀ ਜਿਹੜੀ ਸਿੰਗਲ ਯੂਜ਼ ਪਲਾਸਟਿਕ ਆ ਅਸੀਂ ਉਹਦਾ ਯੂਜ਼ ਕਰਨਾ ਘੱਟ ਕਰ ਦਈਏ। ਉਸ ਤੋਂ ਬਾਅਦ ਹੈ 5th ਐਕਟੀਵਿਟੀ, think together and makes the list of that you and I can do makes difference to save the earth of to the space given below, write your complete sentence। ਇਹਦੇ ਵਿੱਚ ਅਸੀਂ ਕੁਝ ਕੁ ਸੈਂਟੈਂਸ ਯੂਜ਼ ਕਰਨੇ ਆ ਜਿਹੜੇ ਕਿ ਮੈਂ ਤੇ ਯੂ ਉਹਨਾਂ ਨੂੰ ਲਾ ਕੇ ਅਸੀਂ ਇਹਨਾਂ ਨੂੰ ਕਰਦੇ ਹੋਈਏ ਅਤੇ ਇਹਨਾਂ ਸੈਂਟੈਂਸਾਂ ਨੂੰ ਤੁਸੀਂ ਲਿਖਣੇ ਆ। ਜਿਵੇਂ ਕਿ ਦੱਸਿਆ ਹੋਇਆ, ਥਿੰਕਸ ਵੀ ਮਸਟ ਵੀ ਐਵਰੀ ਡੇ ਟੂ ਮੇਕਸ ਟੂ ਚੇਂਜ ਦੀ ਆ ਸੇਵ ਟੂ ਅਰਥ। ਵੀ ਇਹ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਡੇਲੀ ਦੇ ਵਿੱਚ ਕਰਦੇ ਹੋਈਏ ਅਤੇ ਉਹਨੂੰ ਜੇਕਰ ਅਸੀਂ ਚੇਂਜ ਕਰੀਏ ਤਾਂ ਅਸੀਂ ਧਰਤੀ ਨੂੰ ਬਚਾ ਸਕਦੇ ਹਾਂ। ਉਹੋ ਜਿਹੇ ਕੁਛ ਲਿਖਣੇ ਆ ਤੁਸੀਂ। ਇਹ ਸੈਂਟੈਂਸ ਦੇਖੋ ਮੈਂ ਇੱਥੇ ਲਿਖੇ ਨੇ। ਫੋਰ ਐਗਜ਼ਾਮਪਲ ਫਸਟ ਹੈ, ਵੀ ਸ਼ੁੱਡ ਸਟੋਪ ਯੂਜ਼ਿੰਗ ਟੂ ਦੀ ਸਿੰਗਲ ਯੂਜ਼ ਪਲਾਸਟਿਕ ਥਿੰਗਸ। ਵੀ ਸਾਨੂੰ ਕੀ ਆ ਵੀ ਸਿੰਗਲ ਯੂਜ਼ ਪਲਾਸਟਿਕ ਨੂੰ ਯੂਜ਼ ਨਹੀਂ ਕਰਨਾ ਚਾਹੀਦਾ। ਸੈਕਿੰਡ ਹੈ, ਵੀ ਸ਼ੁੱਡ ਬੀ ਅ ਪਲਾਂਟ ਟਰੀ ਇਨ ਆਵਰ ਸਰਾਊਂਡਿੰਗ ਫਸਟ ਦੈਨ ਵੀ ਕੈਨ ਬੀ ਅ ਪ੍ਰੋਸੀਡ ਟੂਵਰਡਸ ਅਦਰ ਏਰੀਆ। ਸਭ ਤੋਂ ਪਹਿਲਾਂ ਸਾਨੂੰ ਕੀ ਆ ਦਰਖਤ ਜਿਹੜੇ ਨੇ ਉਹ ਆਪਣੇ ਆਲੇ ਦੁਆਲੇ ਲਾਉਣੇ ਚਾਹੀਦੇ ਆ, ਫਿਰ ਸਾਨੂੰ ਅਗਲੀ ਜਗ੍ਹਾ ਦੇ ਉੱਤੇ ਜਾ ਕੇ ਦਰਖਤ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਥਰਡ ਹੈ, ਵੀ ਸ਼ੁੱਡ ਨਾਟ ਵੇਸਟ ਵਾਟਰ। ਵੀ ਸਾਨੂੰ ਕਦੇ ਵੀ ਪਾਣੀ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਫੋਰਥ ਹੈ, ਵੀ ਸ਼ੁੱਡ ਕਲੀਨ ਆਵਰ ਸਰਾਊਂਡਿੰਗ, ਵੀ ਸ਼ੁੱਡ ਨਾਟ ਥਰੋ ਦੀ ਪਲਾਸਟਿਕ ਐਨੀਵੇਅਰ। ਸਾਨੂੰ ਕੀ ਆ ਆਪਣਾ ਜਿਹੜਾ ਇਨਵਾਇਰਮੈਂਟ ਆ ਉਹਨੂੰ ਆਲੇ ਦੁਆਲੇ ਜਿਹੜਾ ਵਾ ਉਹਨੂੰ ਸਾਫ਼ ਕਰਨਾ ਚਾਹੀਦਾ ਵਾ ਅਤੇ ਸਾਨੂੰ ਪਲਾਸਟਿਕ ਜਿਹੜੀ ਆ ਉਹ ਆਲੇ ਦੁਆਲੇ ਨਹੀਂ ਸੁੱਟਣੀ ਚਾਹੀਦੀ। ਫਿਫਥ ਹੈ, ਵੀ ਸ਼ੁੱਡ ਅਵੇਅਰ ਅਦਰ, ਵੀ ਕੈਨ ਸਟਾਰਟ ਫਰੋਮ ਅਵਰ ਫੈਮਿਲੀ ਮੈਂਬਰਸ, ਅਵਰ ਨੇਬਰਸ। ਕਹਿੰਦੇ ਵੀ ਸਾਨੂੰ ਕੀ ਆ ਹਮੇਸ਼ਾ ਕੀ ਨੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਸਾਨੂੰ ਆਪਣੇ ਫੈਮਿਲੀ ਮੈਂਬਰ ਅਤੇ ਆਂਢ ਗੁਆਂਢ ਨੂੰ ਜਾਗਰੂਕ ਕਰਨਾ ਚਾਹੀਦਾ। ਸਿਕਸਥ ਹੈ, ਵੀ ਸ਼ੁੱਡ ਬੀ ਆ ਯੂਜ਼ ਪੇਪਰ ਬੈਗਸ ਐਂਡ ਫੈਬਰਿਕ ਬੈਗ। ਸਾਨੂੰ ਕੀ ਆ ਸਾਨੂੰ ਪੇਪਰ ਬੈਗ ਜਾਂ ਫੈਬਰਿਕ ਬੈਗ ਜਿਹੜੇ ਨੇ ਉਹ ਹੀ ਯੂਜ਼ ਕਰਨੇ ਚਾਹੀਦੇ ਆ। ਇਸ ਤੋਂ ਬਾਅਦ ਹੈ ਦੇਖੋ ਆਹ ਤੁਹਾਡੇ ਕੋਲ ਹੈ ਪਾਰਟਸ ਆਫ ਸਪੀਚ, ਜਿਹਦੇ ਵਿੱਚ ਸਾਨੂੰ ਜਿਵੇਂ ਅੰਡਰਲਾਈਨ ਕੀਤੇ ਹੈ, ਜਿਵੇਂ ਨਾਊਨ ਆ। ਨਾਊਨ ਕੀ ਹੁੰਦਾ ਵਾ, ਦੀ ਨੇਮ ਆਫ ਪਰਸਨ, ਪਲੇਸ, ਥਿੰਗਸ ਐਂਡ ਆਈਡੀਆਜ਼ ਐਂਡ ਕਨਸੈਪਟ। ਇਹ ਹੁੰਦੇ ਆ ਸਾਡੇ ਨਾਊਨ। ਜਿਵੇਂ ਬੋਲਡ ਕੀਤੇ ਗਿਆ ਮੀਨਾ ਅਤੇ ਫਲਾਵਰਸ, ਗਰਲ ਅਤੇ ਕਾਰ ਅਤੇ ਡੈਮੋਕ੍ਰੇਸੀ, ਦੈਟ ਇਜ਼ ਦੀ ਆ ਨਾਊਨ। ਪਰ ਨਾਊਨ ਕੀ ਹੁੰਦੇ ਆ, ਸਬਸਟੀਟਿਊਟ ਔਰ ਰਿਪਲੇਸ ਦੀ ਆ ਨਾਊਨ। ਵੀ ਜਿਹੜੇ ਨਾਊਨ ਨੂੰ ਰਿਪਲੇਸ ਕਰਦੇ ਹੋਣ, ਜਿਵੇਂ ਯੂ, ਮੀ, ਆਈ, ਹਰ, ਮੀ, ਇਹੋ ਜਿਹੇ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ ਪ੍ਰਨਾਊਨ ਹੁੰਦੇ ਆ। ਐਡਜੈਕਟਿਵ ਡਿਸਕ੍ਰਾਈਬ ਦੀਆਂ ਨਾਊਨ ਐਂਡ ਪ੍ਰਨਾਊਨ, ਕੋਈ ਅਜਿਹੀ ਚੀਜ਼ ਜਿਹੜੀ ਕਿ ਨਾਊਨ ਦੀ ਵਿਸ਼ੇਸ਼ਤਾ ਜਾਂ ਹੋਰ ਚੀਜ਼ਾਂ ਨੂੰ ਐਕਸਪਲੇਨ ਕਰਦੀ ਹੋਵੇ। ਜਿਵੇਂ ਫੋਰ ਐਗਜ਼ਾਮਪਲ ਐਕਸੀਲੈਂਟ, ਰੈੱਡ, ਹੈਪੀ, ਲੌਂਗ, ਇਹ ਸਾਰੇ ਕੀ ਨੇ ਐਡਜੈਕਟਿਵ ਹੈਗੇ ਆ। ਉਸ ਤੋਂ ਬਾਅਦ ਦੇਖੋ ਕੀ ਨੇ ਵਰਬ ਕੀ ਹੁੰਦੀ ਆ, ਐਕਸਪ੍ਰੈਸ ਦੀ ਆ ਫਿਜ਼ੀਕਲ ਐਕਸ਼ਨ ਔਰ ਆ ਸਟੇਟ। ਵੀ ਕੁਛ ਅਜਿਹੀ ਚੀਜ਼ ਦੱਸਣੀ ਜਿਹਦੇ ਨਾਲ ਸਾਨੂੰ ਇਹ ਪਤਾ ਲੱਗੇ ਵੀ ਉਹ ਚੀਜ਼ ਕੀ ਕਰ ਰਹੀ ਹੈ। ਜਿਵੇਂ ਪਲੇ, ਐਮ, ਡੂ, ਇਹ ਸਾਰੀਆਂ ਕੀ ਨੇ ਵਰਬ ਨੇ। ਐਡਵਰਬ ਕੀ ਹੁੰਦਾ ਵਾ, ਮੋਡੀਫਾਈ ਦੀਆਂ ਵਰਬਸ, ਐਡਜੈਕਟਿਵ ਐਂਡ ਐਡਵਰਬਸ। ਵੀ ਕੁਛ ਜਿਹੜੇ ਵਰਬ ਨੂੰ ਚੇਂਜ ਕਰ ਦੇਣ ਜਾਂ ਐਡਜੈਕਟਿਵ ਨੂੰ ਚੇਂਜ ਕਰ ਦੇਣ ਉਹਨੂੰ ਅਸੀਂ ਕਹਿੰਦੇ ਐਡਵਰਬ ਕਹਿ ਦਿੰਦੇ ਹਾਂ। ਜਿਵੇਂ ਸਲੋਲੀ, ਐਕਸਟ੍ਰੀਮਲੀ, ਫਾਸਟ। ਉਸ ਤੋਂ ਬਾਅਦ ਪ੍ਰੈਪੋਜੀਸ਼ਨ, ਸ਼ੋ ਦੀਆਂ ਰਿਲੇਸ਼ਨਸ ਟੂ ਦੀਆਂ ਟੂ ਵਰਡਸ ਔਰ ਅ ਫਰੇਜ਼। ਵੀ ਕੋਈ ਦੋ ਵਰਡਸ ਦੇ ਵਿੱਚ ਰਿਲੇਸ਼ਨ ਜਾਂ ਫਰੇਜ਼ ਦੇ ਵਿੱਚ ਜਿਹੜਾ ਵਾਕ ਦੇ ਵਿੱਚ ਰਿਲੇਸ਼ਨਸ਼ਿਪ ਕ੍ਰੀਏਟ ਕਰਦਾ ਉਹਨੂੰ ਅਸੀਂ ਕਹਿੰਦੇ ਹਾਂ ਪ੍ਰੈਪੋਜੀਸ਼ਨ। ਜਿਵੇਂ ਔਨ, ਇਨ, ਇਨਟੂ। ਦੈਨ ਕੰਜੰਕਸ਼ਨ, ਦੀਆਂ ਜੁਆਇਨ ਦੀਆਂ ਵਰਡਸ, ਫਰੇਜ਼ ਐਂਡ ਕਲੌਜ਼। ਕੋਈ ਵੀ ਵਰਡ ਨੂੰ ਜਾਂ ਕਿਸੇ ਵਾਕ ਨੂੰ ਜਾਂ ਕਿਸੇ ਕਲੌਜ਼ ਨੂੰ ਇੱਕ ਦੂਜੇ ਨਾਲ ਜੋੜਨ ਨੂੰ ਅਸੀਂ ਕਹਿੰਦੇ ਹਾਂ ਕੰਜੰਕਸ਼ਨ। ਜਿਵੇਂ ਐਂਡ, ਅੰਟਿਲ, ਸੋ। ਇੰਟਰਜੈਕਸ਼ਨ ਔਰ ਐਕਸਕਲਾਮੇਟਰੀ, ਸ਼ੋ ਦੀਆਂ ਸਟਰੋਂਗ ਫੀਲਿੰਗਸ ਸਚ ਐਜ਼ ਟੂ ਦੀਆਂ ਸਰਪ੍ਰਾਈਜ਼ ਐਂਡ ਹੈਪੀਨੈਸ। ਕੋਈ ਅਜਿਹੀ ਫੀਲਿੰਗ ਨੂੰ ਸ਼ੋ ਕਰਨਾ ਜਿਹੜੀ ਕੀ ਸਾਨੂੰ ਹੈਰਾਨ ਕਰੇ ਜਾਂ ਖੁਸ਼ ਕਰ ਦੇਵੇ। ਜਿਵੇਂ ਬੋ, ਓਚ, ਆਊਚ, ਓ, ਇਹ ਸਾਰੀਆਂ ਕੀ ਨੇ ਐਕਸਕਲਾਮੇਟਰੀ ਸੈਂਟੈਂਸ ਹੈਗੇ ਆ। ਹੁਣ ਤੁਹਾਡੇ ਲਈ ਇਹ ਟਾਸਕ ਆ ਜਿਹੜੀ ਕਿ ਅੱਜ ਮੈਂ ਤੁਹਾਡੇ ਲਈ ਛੱਡ ਕੇ ਜਾ ਰਿਹਾ ਹਾਂ ਇਸ ਸੈਸ਼ਨ ਦੇ ਵਿੱਚ। ਤੁਸੀਂ ਆਹ ਲਿਸਟਾਂ ਬਣਾਉਣੀਆਂ ਨੇ। ਦੇਖੋ ਤੁਹਾਡੇ ਕੋਲ ਆਹ ਸਾਰੇ ਜਿਹੜੇ ਵਰਡਸ ਨੇ ਉਹ ਦਿੱਤੇ ਹੋਏ ਨੇ। ਤੁਸੀਂ ਇਹ ਵਰਡਸ ਨੂੰ ਜਿਹੜਾ ਵਾ ਧਿਆਨ ਨਾਲ ਪੜ੍ਹਨਾ ਵਾ ਅਤੇ ਵਰਡਸ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਇਹਨਾਂ ਦੇ ਆਨਸਰ ਜਿਹੜੇ ਨੇ ਉਹ ਇੱਥੇ ਲਿਖਣੇ ਆ। ਜਿਵੇਂ ਜੇਕਰ ਨਾਊਨ ਹੋਇਆ ਤਾਂ ਨਾਊਨ ਦੇ ਵਿੱਚ, ਜੇ ਪ੍ਰਨਾਊਨ ਹੋਇਆ ਤਾਂ ਪ੍ਰਨਾਊਨ ਦੇ ਵਿੱਚ, ਜੇ ਐਡਜੈਕਟਿਵ ਹੋਇਆ ਐਡਜੈਕਟਿਵ ਦੇ ਵਿੱਚ, ਜੇ ਵਰਬ ਹੋਇਆ ਤਾਂ ਵਰਬ ਦੇ ਵਿੱਚ। ਜਾਂ ਫਿਰ ਇਸ ਤੋਂ ਇਲਾਵਾ ਵੀ ਜਿਹੜੇ 4 ਹੋਰ ਵਰਡਸ ਨੇ, ਜੇਕਰ ਉਹ ਐਡਵਰਬ ਹੋਇਆ ਤਾਂ ਐਡਵਰਬ ਦੇ ਵਿੱਚ ਲਿਖਣਾ, ਜੇ ਪ੍ਰੈਪੋਜੀਸ਼ਨ ਆ ਤਾਂ ਪ੍ਰੈਪੋਜੀਸ਼ਨ ਦੇ ਵਿੱਚ, ਜੇ ਕੰਜੰਕਸ਼ਨ ਆ ਤਾਂ ਕੰਜੰਕਸ਼ਨ ਦੇ ਵਿੱਚ, ਅਤੇ ਜੇ ਇੰਟਰਜੈਕਸ਼ਨ ਹੈਗੀ ਆ ਤਾਂ ਇੰਟਰਜੈਕਸ਼ਨ ਦੇ ਵਿੱਚ। ਅਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟਾਸਕ ਜਿਹੜੀ ਆ ਇਹਨਾਂ ਵਰਡਸ ਨੂੰ ਦੇਖ ਕੇ ਇੱਕ ਇੱਕ ਕਰਕੇ ਉੱਥੇ ਫਿਲ ਕਰਦੇ ਰਹਿਣਾ। ਜਿਵੇਂ ਮੈਂ ਹੁਣ ਤੁਹਾਨੂੰ ਦੱਸਾਂ ਵੀ ਜਿਵੇਂ ਪੈੱਨ ਹੈ, ਪੈੱਨ ਕੀ ਆ ਨਾਊਨ ਆ, ਡੌਗ ਕੀ ਆ ਨਾਊਨ ਆ,
ਦੈਨ ਬਾਕੀ ਜਿਹੜੇ ਵਰਡਸ ਨੇ ਉਹ ਤੁਸੀਂ ਹੁਣ ਟਰਾਈ ਕਰਨੇ ਆ। 2 ਵਰਡਸ ਲਿਖਤੇ ਨਾਊਨ ਦੇ ਵਿੱਚ ਲਿਖ ਲੈਣੇ ਆ, ਅਤੇ ਇਸ ਤੋਂ ਬਾਅਦ ਹੋਰ ਵੀ ਜਿਹੜੇ ਵਰਡਸ ਨੇ ਉਹ ਡਿਫਰੈਂਟ ਕੈਟਾਗਰੀ ਦੇ ਵਿੱਚ ਪਾ ਲੈਣੇ ਆ, ਅਤੇ ਉਹਨੂੰ ਪਾਉਣ ਤੋਂ ਬਾਅਦ ਇਹਨੂੰ ਲਿਖ ਲੈਣਾ। ਅਤੇ ਬਾਅਦ ਵਿੱਚ ਜਿਹੜੀ ਨੈਕਸਟ ਪਾਰਟ ਦੀ ਵੀਡੀਓ ਹੋਊਗੀ, ਇਹਦੀ ਸੈਕਿੰਡ ਪਾਰਟ ਵੀਡੀਓ ਹੋਊਗੀ, ਉਹਦੇ ਵਿੱਚ ਮੈਂ ਐਕਸਪਲੇਨ ਇਹਨੂੰ ਕਰ ਦੂੰਗਾ, ਅਤੇ ਦੈਨ ਆਪਾਂ ਨੈਕਸਟ ਐਕਟੀਵਿਟੀ ਵੱਲ ਚੱਲਾਂਗੇ। ਆਈ ਹੋਪ ਜੇਕਰ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਤਾਂ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ ਯੂਟਿਊਬ ਚੈਨਲ ਦੇ ਨਾਲ ਜੁੜੋ, ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਜੇਕਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦੀ ਕੁਐਰੀਜ਼ ਹੈ ਤਾਂ ਉਹ ਮੈਨੂੰ ਜ਼ਰੂਰ ਮੇਰੇ ਕਮੈਂਟ ਬਾਕਸ ਦੇ ਵਿੱਚ ਲਿਖੋ, ਅਤੇ ਮੈਂ ਤੁਹਾਡੀ ਉਹ ਕੁਐਰੀਜ਼ ਜਿਹੜੀ ਨੇ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।